इस वक्त असी जिहड़ा किसान जथेबंदियां दा बहुत धड़ल्लेदार संघर्ष विढ़िया इन्हां ने आण के कुंडली बॉर्डर दे विच सारे असी विराजमान है। ये तकरीबन स्टेज तो मोरले पासे है, लेकिन पिछले पासे कई किलोमीटर लगातार इस तरह ट्रालियां विच किसान वख-वख पंजाब दे हिस्सिਆਂ चों इत्थे आण के पिछले कुछ दो तीन दिन तो रुके हुए ने और मैं समझदा धन दे ये लोग ने, बधाई दे पात्र ने और बहुत मैं कहना कि हौसले वाले ने जिन्हां ने पंजाब तो लैके इत्थे कुंडली तक जिन्ने भी राज रुकावटां लाइयां मोदी साहब की सरकार ने, खट्टर सरकार ने लगातार उन्होंने तोड़ते हुए ये हुण पिछले कुछ देर तो शांतमई ढंग दे नाल इत्थे बैठे हैं। जिहड़ा मोदी साहब की सरकार कह रही कि जी तुसीं एक बुराड़ी स्ट्रक्चर्ड एरिए विच आ जाओ तो उत्थे तुहाडे नाल असीं गलबात करांगे, उस नूं भी अच्छी तरह समझते हैं कि सानूं एक घेरे विच लै के मुड़ के साडा नुकसान करनगे। सो मेरा तो यह कहना वा कि जो पिछले दिनों के बहादुर पंजाबियों ने, किसान जथेबंदियां ने, नौजवानों ने जिहड़ी दृढ़ता दिखाई ना, ਉਹਦੇ ਨਾਲ ਸਾਨੂੰ ਸਾਡਾ ਜਿਹੜਾ ਕਿਸੇ ਵਕਤ ਦਾ ਸੁਨਹਿਰੀ ਪਿਛੋਕੜ ਸੀਗਾ ਉਹ ਇੱਕ ਵਾਰ ਯਾਦ ਤਾਜ਼ਾ ਕਰਾਈ, ਜੋ ਸਾਨੂੰ ਸਾਡੇ ਗੁਰੂ ਸਾਹਿਬ, ਜੋ ਸਾਡੇ ਪੁਰਖੇ ਇੱਕ ਕਿਸੇ ਵੀ ਬੇਇਨਸਾਫੀ ਦੇ ਖਿਲਾਫ ਲੜਨਾ ਸਿਖਾ ਕੇ ਗਏ ਨਾ, ਇਹ ਉਹਦਾ ਇੱਕ ਝਲਕ ਦਿਖਾਈ ਪੰਜਾਬੀਆਂ ਨੇ ਕਿ ਅਸੀਂ ਉਹਨਾਂ ਦੇ ਪੈਰੋਕਾਰ ਆ ਤੇ ਉਹਨਾਂ ਦੇ ਪੱਦ ਚਿੰਨ੍ਹਾਂ ਤੇ ਚੱਲ ਸਕਦੇ ਆ। ਕੁਛ ਐ ਲੱਗਣ ਲੱਗ ਗਿਆ ਸੀ ਕੁਝ ਸਮੇਂ ਤੋਂ ਕਿ ਸ਼ਾਇਦ ਆਰਾਮ ਪ੍ਰਸਤ ਹੋ ਗਏ ਨੇ ਲੋਕੀ ਤੇ ਕਿਸਾਨ ਵੀ ਜਿਹੜੇ ਨੇ ਜਾਂ ਪੰਜਾਬ ਦੇ ਲੋਕ ਪੁਰਾਣੇ ਸੰਘਰਸ਼ ਵਾਂਗੂ ਸੰਘਰਸ਼ ਨਹੀਂ ਕਰ ਸਕਦੇ ਜਿੱਦਾਂ ਪਹਿਲਾਂ ਮੋਰਚੇ ਲਾਇਆ ਕਰਦੇ ਸੀ। ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਕੇ ਬਾਗ ਦਾ ਮੋਰਚਾ, ਜੈਤੋ ਕਾ ਮੋਰਚਾ, ਗੁਰੂ ਕੇ ਬਾਗ ਦਾ ਚਾਬੀਆਂ ਦਾ ਮੋਰਚਾ ਔਰ ਉਸ ਤੋਂ ਬਾਅਦ ਲਗਭਗ ਐਮਰਜੈਂਸੀ ਤੇ 80 ਦੇ ਦਹਾਕੇ ਤੱਕ ਵੀ ਕਾਫੀ ਵੱਡੇ ਪੱਧਰ ਤੇ ਸੰਘਰਸ਼ ਕਰਦੇ ਰਹੇ। ਫਿਰ ਕੁਝ ਇਸ ਤਰ੍ਹਾਂ ਦਾ ਸਮਾਂ ਆਇਆ ਵਿੱਚ ਸਾਡਾ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ, ਨੌਜਵਾਨਾਂ ਦਾ ਬਹੁਤ ਨੁਕਸਾਨ ਹੋਇਆ। ਪਰ ਆ ਜਿਹੜਾ ਕਿਸਾਨ ਜਥੇਬੰਦੀਆਂ ਦੀ ਕਾਲ ਤੇ ਆਪ ਮੁਹਾਰੇ ਜਿੱਥੇ ਅਸੀਂ ਬੈਠੇ ਰਲਮਾ ਮਿਲਮਾ ਇਕੱਠ ਹੈ, ਕੋਈ ਪਟਿਆਲੇ ਜ਼ਿਲ੍ਹੇ ਤੋਂ ਨੇ, ਕੋਈ ਲੁਧਿਆਣੇ ਜ਼ਿਲ੍ਹੇ ਤੋਂ ਨੇ, ਮੇਰੇ ਆਪਣੇ ਹਲਕਾ ਭੁਲੱਥ ਤੋਂ, ਨਡਾਲੇ ਤੋਂ ਕਾਫੀ ਵੱਡਾ ਜੱਥਾ ਆਇਆ ਹੋਇਆ, ਕਈ ਟਰਾਲੀਆਂ ਭਰ ਕੇ ਆਏ ਹੋਏ ਨੇ ਔਰ ਸਾਡੇ ਨਾਲ ਸਾਡੇ ਐਮਐਲਏ ਸਾਹਿਬ ਵੀ ਬੈਠੇ ਨੇ, ਪਿਰਮਲ ਸਿੰਘ ਖਾਲਸਾ ਔਰ ਜਗਦੇਵ ਸਿੰਘ ਕਮਾਲੂ ਤੇ ਰਸ਼ਪਾਲ ਸਿੰਘ ਜੋੜਾ ਮਾਜਰਾ, ਇਹ ਸਮਾਣੇ ਤੋਂ ਨੇ। ਇਸ ਤਰ੍ਹਾਂ ਨਾਲ ਅਸੀਂ ਸਾਰੇ ਵੱਖ-ਵੱਖ ਪੰਜਾਬ ਦੇ ਹਿੱਸਿਆਂ ਤੋਂ ਆਪ ਮੁਹਾਰੇ ਕਾਲ ਤਾਂ ਜਥੇਬੰਦੀਆਂ ਦੀ ਹੈ ਨੋ ਡਾਊਟ, ਪਰ ਜਿਸ ਢੰਗ ਦੇ ਨਾਲ, ਜਿਸ ਦ੍ਰਿੜਤਾ ਦੇ ਨਾਲ ਆਮ ਆਵਾਮ ਨੇ, ਸਾਰੇ ਵਰਗਾਂ ਦੇ ਲੋਕਾਂ ਨੇ ਇੱਥੇ ਮੋਰਚਾ ਲਾਇਆ, ਇਹਨਾਂ ਨੂੰ ਤਾਂ ਅਸੀਂ ਸਲਾਮ ਤੇ ਸਲੂਟ ਹੀ ਕਰਦੇ ਹਾਂ। ਔਰ ਮੈਂ ਪੁੱਛ ਰਿਹਾ ਸੀ ਆਪਣੇ ਸਤਿਕਾਰਯੋਗ ਭਰਾਵਾਂ ਨੂੰ, ਇਹ ਕਹਿੰਦੇ ਕਿ ਰਾਹ ਦੇ ਵਿੱਚ ਸਾਡਾ ਹਰਿਆਣੇ ਦੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ। ਮਤਲਬ ਮਾਨ ਸਤਿਕਾਰ ਤਾਂ ਦਿੱਤਾ ਹੀ ਦਿੱਤਾ, ਸਾਨੂੰ ਉਹਨਾਂ ਨੇ ਹਰ ਕਿਸਮ ਦੀ ਇਮਦਾਦ ਕੀਤੀ। ਜਿੰਨੇ ਵੀ ਹਰਿਆਣੇ ਦੇ ਵਿੱਚ ਬੈਰੀਕੇਡਿੰਗ ਲਾਈ ਸੀ ਉਹਦੇ ਤੋੜਨ ਵਿੱਚ ਉਹਨਾਂ ਨੇ ਮਦਦ ਕੀਤੀ ਸਾਡੀ। ਤਾਂ ਮੈਂ ਹਰਿਆਣੇ ਦੇ ਕਿਸਾਨਾਂ ਦਾ, ਹਰਿਆਣੇ ਦੇ ਜਿਹੜੇ ਵੀ, ਚਾਹੇ ਉਹ ਜਾਟ ਨੇ ਤੇ ਚਾਹੇ ਉਹ ਸਿੱਖ ਜ਼ਿਮੀਂਦਾਰ ਨੇ, ਸਭ ਦਾ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ। ਅਸੀਂ ਹੁਣੇ ਮੈਂ ਦਿੱਲੀ ਤੋਂ ਐ ਨੂੰ ਆ ਰਿਹਾ ਸੀਗਾ ਤਾਂ ਉੱਤਰਾਖੰਡ ਤੋਂ ਕਾਫੀ ਵੱਡਾ ਕਾਫਲਾ ਸਿੱਖ ਕਿਸਾਨਾਂ ਦਾ ਇੱਧਰ ਨੂੰ ਕੂਚ ਕਰ ਰਿਹਾ ਸੀਗਾ, ਉਹ ਵੀ ਇਸ ਇਕੱਠ ਵਿੱਚ ਪਹੁੰਚ ਗਏ ਹੋਣਗੇ। ਤੋਂ ਸਾਡਾ ਤਾਂ ਸਿਰਫ ਇਹ ਕਹਿਣਾ ਕਿ ਦੇਖੋ ਜਿਹੜਾ ਪਿਛਲੇ 2 ਮਹੀਨੇ ਵੀ ਇਹਨਾਂ ਨੇ ਸੰਘਰਸ਼ ਕੀਤਾ ਕਿਸਾਨ ਜਥੇਬੰਦੀਆਂ ਨੇ, ਕਿਸੇ ਦੇ ਚੀਚੀ ਤੇ ਵੀ ਸੱਟ ਨਹੀਂ ਆਉਣ ਦਿੱਤੀ। ਸਭ ਤੋਂ ਅਗਰ ਕੋਈ ਸ਼ਾਂਤਮਈ ਢੰਗ ਦੇ ਨਾਲ ਗੁਜ਼ਾਰਾ ਕਰ ਸਕਦਾ ਜਾਂ ਕੀਤਾ ਇਹਨਾਂ ਦਿਨਾਂ ਵਿੱਚ, ਉਹ ਪੰਜਾਬ ਦੇ ਬਹਾਦਰ ਕਿਸਾਨਾਂ ਨੇ ਕੀਤਾ ਵਾ। ਬਥੇਰਾ ਉਕਸਾਉਣ ਦੀ ਕੋਸ਼ਿਸ਼ ਕੀਤੀ, ਬਥੇਰੀਆਂ ਚਾਲਾਂ ਚੱਲੀਆਂ ਸਰਕਾਰਾਂ ਨੇ ਕਿ ਕਿਸੇ ਤਰੀਕੇ ਨਾਲ ਇਹ ਸੰਘਰਸ਼ ਜਿਹੜਾ ਵਾ ਇਹ ਕੀ ਕਹਿੰਦੇ ਹੋਏਗਾ ਕਿ ਹਿੰਸਕ ਹੋ ਜਾਵੇ, ਸਾਨੂੰ ਲਾਠੀਆਂ ਮਾਰਨ ਦਾ ਮੌਕਾ ਮਿਲੇ, ਸਾਨੂੰ ਗੋਲੀਆਂ ਚਲਾਉਣ ਦਾ ਮੌਕਾ ਮਿਲੇ। ਪਰ ਨਹੀਂ, ਇਹਨਾਂ ਨੇ ਪਿੱਛੇ ਸਾਡੀਆਂ ਸਤਿਕਾਰਯੋਗ ਬੀਬੀਆਂ, ਭੈਣਾਂ, ਔਰਤਾਂ ਨੇ ਬਹੁਤ ਹਰ ਪ੍ਰਕਾਰ ਦੀ ਮਦਦ ਕੀਤੀ ਔਰ ਅੱਜ ਅਸੀਂ ਇਸ ਸੰਘਰਸ਼ ਤੇ ਇੱਕ ਅਹਿਮ ਪੜਾਅ ਦੇ ਵਿੱਚ ਪਹੁੰਚੇ ਹੋਏ ਹਾਂ। ਹੁਣ ਤੁਸੀਂ ਦੇਖ ਰਹੇ ਹੋ ਕਿ ਇਸ ਦੇਸ਼ ਦਾ ਹੋਮ ਮਿਨਿਸਟਰ ਉਹ ਕਹਿੰਦੇ ਕਿ ਆ ਜਾਓ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਫਿਰ 3 ਦਸੰਬਰ ਡੇਟ ਕਾਹਦੇ ਲਈ ਪਾਈ ਸੀਗੀ? ਇਹ ਕਿਸਾਨ 2 ਮਹੀਨਿਆਂ ਤੋਂ ਸੜਕਾਂ ਤੇ ਜਿਹੜੇ ਲੋਕ ਬੈਠੇ ਨੇ, ਕਿ ਭਾਰਤ ਦੀ ਸਰਕਾਰ ਨੂੰ ਦਿਸ ਨਹੀਂ ਸੀ ਰਿਹਾ ਕਿ ਪੰਜਾਬ ਦੇ ਜਜ਼ਬਾਤ ਕੀ ਨੇ। ਪੰਜਾਬ ਦੇ ਲੋਕ ਇੱਕ ਵਾਰ ਨਹੀਂ ਅਨੇਕਾਂ ਵਾਰ ਕੋਠਿਆਂ ਤੇ ਚੜ੍ਹ ਕੇ ਰੌਲਾ ਪਾ ਚੁੱਕੇ ਨੇ, ਮੁਜ਼ਾਹਰੇ ਕਰ ਚੁੱਕੇ ਨੇ, ਲੱਖਾਂ ਦੀ ਤਾਦਾਦ ਵਿੱਚ ਸੜਕਾਂ ਤੇ ਆ ਚੁੱਕੇ, ਰੇਲਾਂ ਰੋਕਤੀਆਂ ਕਿ ਅਸੀਂ ਤੁਹਾਡੇ ਕਾਲੇ ਕਾਨੂੰਨਾਂ ਨੂੰ ਪ੍ਰਵਾਨ ਨਹੀਂ ਕਰਦੇ। ਪੰਜਾਬ ਦੀ ਵਿਧਾਨ ਸਭਾ ਨੇ 115 ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਤਾ ਕਿ ਸਾਨੂੰ ਤੁਹਾਡੇ ਕਾਲੇ ਕਾਨੂੰਨ ਮਨਜ਼ੂਰ। ਇਹ ਕਾਫੀ ਸੀਗਾ ਔਰ ਹੁਣ ਤਾਂ ਇੰਟਰਨੈਸ਼ਨਲ
ਆਵਾਜ਼ ਉੱਠਣ ਲੱਗੀ ਵਿਦੇਸ਼ਾਂ ਵਿੱਚ ਐਮਬੈਸੀਆਂ ਦੇ ਬਾਹਰ ਜਿਹੜੇ ਸਾਡੇ ਪੰਜਾਬੀ ਤੇ ਸਿੱਖ ਨੇ ਉਹ ਮੁਜ਼ਾਹਰਾ ਕਰਕੇ ਕਹਿ ਰਹੇ ਨੇ ਕਿ ਤੁਹਾਡੇ ਕਾਲੇ ਕਾਨੂੰਨ ਸਾਨੂੰ ਪ੍ਰਵਾਨ ਨਹੀਂਗੇ। ਪਰ ਫਿਰ ਵੀ ਭਾਰਤ ਦੀ ਸਰਕਾਰ ਨੂੰ ਦਿਸ ਨਹੀਂ ਰਿਹਾ। ਕੈਨੇਡਾ ਦੀ ਪਾਰਲੀਮੈਂਟ ਵਿੱਚ ਅੰਗਰੇਜ਼ ਪਾਰਲੀਮੈਂਟ ਦੇ ਮੈਂਬਰਸ ਨੇ, ਚਲੋ ਸਾਡੇ ਵਾਲਿਆਂ ਨੇ ਤਾਂ ਪੰਜਾਬੀਆਂ ਨੇ ਤਾਂ ਕਹਿਣਾ ਸੀਗਾ, ਉੱਥੇ ਤਕਰੀਰਾਂ ਕਰਕੇ ਕਿਹਾ ਕਿ ਭਾਰਤ ਦੀ ਸਰਕਾਰ ਕਿਸਾਨਾਂ ਦੇ ਨਾਲ ਜ਼ਿਆਦਤੀ ਕਰ ਰਹੀ ਹੈ। ਔਰ ਇਹ ਦੁੱਖ ਇਸ ਗੱਲ ਦਾ ਵਾ ਕਿ ਜਾਂ ਤਾਂ ਹੋਵੇ ਨਾ ਕਿ ਪੰਜਾਬ ਕੋਈ ਕਿਸੇ ਦੁਸ਼ਮਣ ਦੇਸ਼ ਦਾ ਸੂਬਾ ਵੀ ਇਸ ਦੇਸ਼ ਦਾ ਵਾ, ਔਰ ਇਸ ਦੇਸ਼ ਦੇ ਹਰ ਮੁਮਕਿਨ ਵਿਕਾਸ ਲਈ, ਹਰ ਗੱਲ ਲਈ ਜਿੰਨਾ ਯੋਗਦਾਨ ਪੰਜਾਬੀਆਂ ਨੇ ਜਾਂ ਸਿੱਖਾਂ ਨੇ ਪਾਇਆ ਸ਼ਾਇਦ ਕਿਸੇ ਹੋਰ ਕੌਮ ਨੇ ਪਾਇਆ ਨਹੀਂਗਾ। ਪਾਕਿਸਤਾਨ ਤੋਂ ਆ ਸਾਰੇ ਜਿੰਨੇ ਇੱਥੇ ਖੜੇ ਨੇ, ਇਹਨਾਂ ਸਾਰਿਆਂ ਨੇ ਆਪਣੇ ਘਰ ਬਰਬਾਦ ਕਰਕੇ ਉਜਾੜਾ ਕਰਾ ਕੇ ਪਾਕਿਸਤਾਨ ਤੋਂ ਇਹ ਜਿਹੜੇ ਸੀਗੇ, ਆਓ ਜੀ ਲਓ ਜੀ, ਆ ਜਸਵੀਰ ਸਿੰਘ ਜੀ ਸਾਡੇ ਚੀਮਾ ਸਾਹਿਬ, ਇਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਕਪੂਰਥਲਾ ਜ਼ਿਲ੍ਹੇ ਦੇ, ਤੇ ਬਹੁਤ ਲੜਾਕੇ ਤੇ ਬਹੁਤ ਜੁਝਾਰੂ ਸਾਡੇ ਵੀਰ ਨੇ ਹਲਕਾ ਫਲੱਕ ਦੇ, ਸਾਡੇ ਬਿਲਕੁਲ ਗੁਆਂਢੀ ਪਿੰਡ ਤੋਂ ਨੇ। ਤਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬੀਆਂ ਨੇ, ਸਿੱਖਾਂ ਨੇ ਕੋਈ ਕਸਰ ਤਾਂ ਨਹੀਂ ਛੱਡੀ ਸੀ। ਆਪਣਾ ਘਰ ਉਜਾੜ ਕਰਾ ਕੇ 10 ਲੱਖ ਬੰਦਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਦੋਂ ਬਟਵਾਰਾ ਹੋਇਆ ਉਹ 'ਚ ਮਾਰਿਆ ਗਿਆ ਵਾ, ਆਪਣੀਆਂ ਜਾਇਦਾਦਾਂ ਚੁੱਕੀਆਂ। ਫਿਰ ਇਹਦੀ ਆਜ਼ਾਦੀ ਵਾਸਤੇ ਮੈਂ ਕਹਿੰਦਾ ਇੰਨਾ ਸੰਘਰਸ਼ ਲੜਿਆ, ਫਾਂਸੀਆਂ ਦੇ ਰੱਸੇ ਸਭ ਤੋਂ ਜ਼ਿਆਦਾ ਪੰਜਾਬੀਆਂ ਤੇ ਸਿੱਖਾਂ ਨੇ। ਔਰ ਜਦੋਂ ਇਸ ਦੇਸ਼ ਵਿੱਚ ਬਗਾਵਤ ਹੋਈ ਨਾ, ਉਹ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਬੱਬਰ ਅਕਾਲੀਆਂ ਨੇ, ਕੂਕਾ ਮੂਵਮੈਂਟ, ਕੂਕਾ ਲਹਿਰ, ਤੋਪਾਂ ਦੇ ਮੋਹਰੇ ਆਪਣੇ ਆਪ ਨੂੰ ਬੰਨ੍ਹ ਕੇ, ਉਹਨਾਂ ਨੇ ਤੋਪਾਂ ਦੇ ਮੋਹਰੇ ਗੋਲਿਆਂ ਨਾਲ ਉੱਡ ਗਏ, ਪਰ ਉਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਨਾਰਾ ਹਾਂ ਦਾ ਨਾਰਾ ਮਾਰਿਆ। ਔਰ ਗਦਰੀ ਬਾਬਿਆਂ ਦੀ ਦੇਸ਼ਾਂ ਵਿਦੇਸ਼ਾਂ ਚੋਂ ਸਿੱਖਾਂ ਨੇ ਉਸ ਵਕਤ ਵੀ ਇਹ ਕਿਹਾ ਕਿ ਭਾਰਤ ਨੂੰ ਅਸੀਂ ਆਜ਼ਾਦ ਦੇਖਣਾ ਚਾਹੁੰਦੇ। ਆਜ਼ਾਦ ਕਾਹਦੇ ਲਈ ਦੇਖਣਾ ਚਾਹੁੰਦੇ ਸੀ? ਤਾਂ ਕਿ ਆ ਜਿੰਨੇ ਇੱਥੇ ਬੈਠੇ ਨੇ, ਸਾਡਾ ਵੀ ਕੋਈ ਆਉਣ ਵਾਲੇ ਸਮੇਂ ਵਿੱਚ ਅਸੀਂ ਵੀ ਕਿਸੇ ਇੱਕ ਆਜ਼ਾਦ ਦੇਸ਼ ਵਿੱਚ ਹਵਾ ਲੈ ਸਕੀਏ, ਸੁੱਖ ਦਾ ਸਾਹ ਲੈ ਸਕੀਏ। ਪਰ 73 ਸਾਲ ਦਾ ਇਤਿਹਾਸ ਬੋਲਦਾ ਵਾ ਕਿ ਜਦ ਦਾ ਭਾਰਤ ਆਜ਼ਾਦ ਹੋਇਆ, ਪਹਿਲੇ ਦਿਨ ਤੋਂ ਪੰਜਾਬ ਨੂੰ ਉਹਨਾਂ ਨੇ ਨਿਸ਼ਾਨੇ ਤੇ ਲੈ ਲਿਆ। ਸਾਡਾ ਸੂਬਾ ਨਹੀਂ ਬਣਨ ਦਿੱਤਾ, ਸਾਡਾ ਸੂਬਾ ਲੰਗੜਾ ਬਣਾਇਆ, ਸਾਡੀ ਰਾਜਧਾਨੀ ਖੋਲੀ, ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ, ਤੁਰੰਤ ਬਾਅਦ ਪੰਜਾਬ ਦੇ ਦਰਿਆਈ ਪਾਣੀ ਖੋਲੇ। ਧਾਰਾ 78 ਰੀਆਰਗੇਨਾਈਜੇਸ਼ਨ ਆਫ ਪੰਜਾਬ ਦੀ ਇੱਕ ਤਾਂ ਉਸ ਵੇਲੇ ਪ੍ਰਾਈਮ ਮਿਨਿਸਟਰ ਨੇ ਦਿੱਲੀ ਬੈਠ ਕੇ ਰਾਜਸਥਾਨ ਤੇ ਦਿੱਲੀ ਤੇ ਹਰਿਆਣੇ ਨੂੰ ਸਾਡਾ ਪਾਣੀ ਦੇਤਾ, ਬਹੁਤ ਬੇਸ਼ਕੀਮਤੀ, ਜਿਹਦਾ ਘਾਟਾ ਅੱਜ ਤੱਕ ਨਹੀਂ ਪੂਰਾ ਹੋ ਰਿਹਾ। ਅਸੀਂ ਪੰਜਾਬ ਦੇ ਕਿਸਾਨਾਂ ਨੇ 14 ਲੱਖ ਟਿਊਬਵੈਲ ਦੇ ਨਾਲ ਖੇਤੀ ਸ਼ੁਰੂ ਕਰ ਦਿੱਤੀ ਪੰਜਾਬ, ਕਿਉਂਕਿ ਸਾਡਾ ਦਰਿਆਈ ਪਾਣੀ ਚਲੇ ਗਿਆ ਸੀਗਾ। ਔਰ ਉਹ 14 ਲੱਖ ਟਿਊਬਵੈਲ ਨਾਲ ਪਾਣੀ ਕੱਢਦੇ ਅਸੀਂ ਆਪਣੀ ਧਰਤੀ ਥੱਲੜਾ ਪਾਣੀ ਤਕਰੀਬਨ ਮੁਕਾ ਦੇਣ ਲੱਗੇ। ਔਰ ਇਹ ਜਿਹੜੇ ਸਾਰੇ ਜਿੰਨੇ ਕਿਸਾਨ ਸੀਗੇ, ਇਹਨਾਂ ਨੇ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ 60 ਦੇ ਦਹਾਕੇ ਵਿੱਚ ਸ਼ੁਰੂ ਕੀਤੀ। ਪੰਜਾਬ ਦਾ ਤਾਂ ਖਾਣ ਜੋਗਾ ਅਨਾਜ ਇਹ ਪਹਿਲਾਂ ਵੀ ਪੈਦਾ ਕਰ ਸਕਦੇ ਸੀ, ਅੱਜ ਵੀ ਪੈਦਾ ਕਰ ਸਕਦੇ। ਹੁਣ ਵੀ ਟਰਾਲੀਆਂ ਵਿੱਚ 2-2, 3-3, 4-4 ਮਹੀਨੇ ਦਾ ਰਾਸ਼ਨ ਲੈ ਕੇ ਆਏ ਨੇ, ਆਪਣੇ ਜੋਗਾ ਸੀਗਾ। ਹਰੀ ਕ੍ਰਾਂਤੀ ਤਾਂ ਕੀਤੀ ਤਾਂ ਜੋ ਇਸ ਦੇਸ਼ ਦਾ ਅਨਾਜ ਦਾ ਭੰਡਾਰ, ਇਹਦੀ ਭੁੱਖਮਰੀ ਅਸੀਂ ਪੂਰੀ ਕਰ ਸਕੀਏ। ਔਰ ਹਰੀ ਕ੍ਰਾਂਤੀ ਤੋਂ ਬਾਅਦ ਦੇਸ਼ ਅਨਾਜ ਵਿੱਚ ਸੈਲਫ ਸਫੀਸ਼ੀਐਂਟ ਹੋਇਆ, ਆਪਣੇ ਆਪ ਨਿਰਭਰ ਹੋਇਆ। ਪਰ ਜਿਹੜਾ ਨੁਕਸਾਨ ਪੰਜਾਬ ਨੇ ਆਪਣੀ ਧਰਤੀ ਦਾ ਕਰਾ ਲਿਆ, ਜਿੰਨੀਆਂ ਦਵਾਈਆਂ, ਖਾਦਾਂ, ਕੀਟਨਾਸ਼ਕ, ਸਪਰੇਆਂ, ਉਹ ਜਿਹੜੀਆਂ ਅਸੀਂ ਕੀਤੀਆਂ ਆਪਣੀ ਧਰਤੀ ਤੇ, ਉਹਨੇ ਹੌਲੀ-ਹੌਲੀ ਨਾਲੇ ਤਾਂ ਸਾਡੀ ਧਰਤੀ ਖਰਾਬ ਕੀਤੀ ਤੇ ਨਾਲੇ ਧਰਤੀ ਥੱਲੜਾ ਪਾਣੀ ਖਰਾਬ ਕੀਤਾ। ਅੱਜ ਪੰਜਾਬ 'ਚ ਸਭ ਤੋਂ ਜ਼ਿਆਦਾ ਦੇਸ਼ ਵਿੱਚ ਜੇ ਕੈਂਸਰ ਆ ਤਾਂ ਪੰਜਾਬ ਦੇ ਵਿੱਚ ਹੈ, ਕਿਉਂਕਿ ਸਾਡਾ ਪਾਣੀ ਜਿਹੜਾ ਵਾ ਉਹ ਗੰਦਲਾ ਹੋ ਗਿਆ, ਜ਼ਹਿਰੀਲਾ ਹੋ ਗਿਆ। ਪਰ ਫਿਰ ਵੀ ਇਸ ਦੇਸ਼ ਦੇ ਸ਼ਾਸਕਾਂ ਨੂੰ ਇਹ ਨਹੀਂ ਲੱਗਿਆ ਵੀ ਹਾਂ ਇਹਨਾਂ ਨੇ ਕੋਈ ਯੋਗਦਾਨ ਪਾਇਆ ਵਾ। ਔਰ ਉਸ ਤੋਂ ਬਾਅਦ ਫੌਜਾਂ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਚੀਨ ਦੇ ਨਾਲ ਹੁਣੇ ਝਗੜਾ ਹੋਇਆ, 20 ਬੰਦੇ ਮਾਰੇ ਗਏ ਇਸ ਦੇਸ਼ ਦੇ ਨੌਜਵਾਨ ਫੌਜੀ। ਉਹਨਾਂ ਚੋਂ 4 ਜਿਹੜੇ ਸੀਗੇ ਉਹ ਪੰਜਾਬ ਦੇ ਨੌਜਵਾਨ ਬਹਾਦਰ ਸਿੱਖ ਸੀਗੇ ਜਾਂ ਬਹਾਦਰ ਪੰਜਾਬੀ ਸੀਗੇ। ਹੁਣ ਵੀ ਸ਼ਹੀਦ ਲਗਾਤਾਰ ਹੀ, ਮਤਲਬ ਕਿੱਥੇ ਜਿੱਥੇ ਪੰਜਾਬੀ ਖੇਡਾਂ ਵਿੱਚ ਜੇ ਮਿਲਖਾ ਸਿੰਘ ਤੇ ਬਲਬੀਰ ਸਿੰਘ ਓਲੰਪੀਅਨ ਜਾਂ ਹੋਰ ਸਾਡੇ ਖਿਡਾਰੀ ਜਦੋਂ ਝੰਡਾ ਚੱਕਦੇ ਨੇ ਦੇਸ਼ ਦਾ, ਉਹਦੇ ਤੌਰ ਤਾਂ ਭਾਰਤ ਦਾ ਬਣਦਾ ਵਾ। ਇਸ ਲਈ ਕਿਹੜੀ ਗੱਲ ਸੀ ਜਿਹੜੀ ਭਾਰਤ ਵਿੱਚ ਸਿੱਖਾਂ ਨੇ, ਪੰਜਾਬੀਆਂ ਨੇ, ਕਿਸਾਨਾਂ ਨੇ ਨਹੀਂ ਪੂਰਾ ਕੀਤਾ? ਪਰ ਸਾਡੇ ਨਾਲ ਇਹ ਧੱਕਾ, ਸਾਡੇ ਨਾਲ ਹਮੇਸ਼ਾ ਬਦਲੇ ਦੀ ਭਾਵਨਾ ਨਾਲ ਕੰਮ। ਹੁਣ ਮੰਗਦੇ ਤਾਂ ਕਿਸਾਨ ਸੀਗੇ ਕਿ ਸਾਨੂੰ ਸਾਡੀ MSP ਪ੍ਰਣਾਲੀ ਬਹਾਲ ਕਰੋ, ਸਾਡਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਜਿਹੜਾ ਤੁਸੀਂ ਸਾਡੇ ਤੋਂ ਅਧਿਕਾਰ ਖੋਲੇ ਨੇ, ਸਾਡਾ ਉਹ ਵਾਪਸ ਲਵੋ। ਜਿਹੜਾ ਪਰਾਲੀ ਦਾ ਕਾਨੂੰਨ ਬਣਾਤਾ 1 ਕਰੋੜ ਰੁਪਏ ਜੁਰਮਾਨਾ, ਕਾਲਾ ਕਾਨੂੰਨ, ਉਹ ਵਾਪਸ ਲਵੋ। ਮੰਗਣ ਵਾਲੇ ਕਿਸਾਨ ਨੇ ਤੇ ਸ਼ਰਤਾਂ ਉੱਤੇ ਦਿੱਲੀ ਦੀ ਸਰਕਾਰ ਨੇ ਰੱਖਤੀਆਂ ਕਿ ਅਸੀਂ ਟ੍ਰੇਨਾਂ ਤਾਂ ਚਲਾਵਾਂਗੇ ਤੁਹਾਡੇ ਕੋਲੇ ਦੀਆਂ, ਖਾਦ ਦੀਆਂ, ਪਹਿਲਾਂ ਤੁਸੀਂ ਜਿਹੜੀਆਂ ਸਾਡੀਆਂ ਸ਼ਰਤਾਂ ਮੰਨੋ, ਪਹਿਲਾਂ ਪੈਸੇਂਜਰ ਟ੍ਰੇਨ ਚਲਾਓ। ਇਸ ਲਈ ਸਾਨੂੰ ਇਹ ਕੁੱਲ ਮਿਲਾ ਕੇ ਨਜ਼ਰ ਆਉਂਦਾ ਵਾ
ਕਿ ਇਸ ਦੇਸ਼ ਦੀ ਜਿਹੜੀ ਰਾਜ ਕਰਨ ਵਾਲੀ ਪ੍ਰਣਾਲੀ ਹੈ ਨਾ, ਉਹ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਨਾਲ ਹਮੇਸ਼ਾ ਬਦਲਾਖੋਰੀ ਨਾਲ ਪੰਜਾਬ ਨਾਲ ਚੱਲਦੀ ਆ। ਜਾਂ ਤਾਂ ਉਹਨਾਂ ਨੂੰ ਪੰਜਾਬ ਤੋਂ ਡਰ ਲੱਗਦਾ ਵਾ, ਉਹ ਸਮਝਦੇ ਨੇ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਜਿੱਦਾਂ ਮੁਗਲਾਂ ਨੂੰ, ਅਬਦਾਲੀਆਂ ਨੂੰ, ਦੁਰਾਨੀਆਂ ਨੂੰ ਤੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਸੀ, ਕਿਤੇ ਇਹ ਨਾ ਹੋਵੇ ਜੇ ਅਸੀਂ ਪੰਜਾਬ ਨੂੰ ਖੁੱਲਾ ਛੱਡਤਾ ਸਾਡੇ ਖਿਲਾਫ ਬਗਾਵਤ ਦਾ ਝੰਡਾ ਇਹ ਚੱਕ ਲੈਣਗੇ। ਇਹ ਡਰ ਨੇ, ਇਹ ਭੈ ਨੇ ਉਹਨਾਂ ਨੂੰ ਹਮੇਸ਼ਾ ਸਤਾਇਆ ਵਾ ਤੇ ਪੰਜਾਬ ਨੂੰ ਕਮਜ਼ੋਰ ਕੀਤਾ। ਉਹਨਾਂ ਨੇ ਪੰਜਾਬ ਨੂੰ ਜਿਸਮਾਨੀ ਤੌਰ ਤੇ, ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ, ਦਰਬਾਰ ਸਾਹਿਬ ਤੇ ਹਮਲਾ, 84 ਦੇ ਸਿੱਖ ਕਤਲੇਆਮ, 36 ਸਾਲ ਤੋਂ ਇਨਸਾਫ ਨਾ ਮਿਲਣਾ, ਕਿਹੜੀ ਮੈਂ ਗੱਲ ਗਿਣਾਵਾਂ ਤੇ ਕਿਹੜੀ ਨਾ ਗਿਣਾਵਾਂ। ਇਹ ਸਾਡੇ ਨਾਲ ਜਿਹੜਾ ਜੋ ਵਤੀਰਾ ਵਾ ਕੇਂਦਰ ਸਰਕਾਰ ਦਾ, ਇਹ ਉਹਦੇ ਰੌ ਵਿੱਚ, ਇਹ ਉਹਦੇ ਖਿਲਾਫ ਇਸ ਗੁੱਸੇ ਦੇ ਵਿੱਚ ਅੱਜ ਤੁਸੀਂ ਦੇਖੋਗੇ ਹਜ਼ਾਰਾਂ ਟਰੈਕਟਰ ਟਰਾਲੀਆਂ, ਇੱਕ ਪੋਸਟ ਘੁੰਮ ਰਹੀ ਹੈ ਕਿ 96,000 ਟਰੈਕਟਰ ਤੇ ਪਤਾ ਨਹੀਂ ਕਿੰਨੇ ਲੱਖ ਆਦਮੀ ਪਹੁੰਚਿਆ, ਇਹਦੀ ਗਿਣਤੀ ਕੋਈ ਨਹੀਂ ਗੀ ਔਰ ਕਈ ਬਾਰਡਰਾਂ ਤੇ ਨੇ ਸਾਰੇ ਪਾਸੇ। ਇਸ ਲਈ ਇਹ ਗੁੱਸਾ ਹੈ ਔਰ ਮੋਦੀ ਦੀ ਸਰਕਾਰ ਨੂੰ ਇਹ ਗੁੱਸਾ ਜਿੰਨੀ ਛੇਤੀ ਇਸ ਦਾ ਹੱਲ ਕੱਢ ਲੈਣ ਉਨਾ ਅੱਛਾ ਰਹੂਗਾ, ਕਿਉਂਕਿ ਇਹ ਗੁੱਸਾ ਹੋਰ ਵਧੇਗਾ। ਔਰ ਕੀ ਮੰਗ ਕੀ ਰਹੇ ਨੇ, ਦੇਖੋ ਮੰਗਦੇ ਕੀ ਨੇ ਕਿਸਾਨ, ਐਡੇ ਕੀ ਕਹਿੰਦੇ ਨੇ ਕਿ ਸਾਊ ਕਹਿ ਲੋ, ਇਮਾਨਦਾਰ ਕਹਿ ਲੋ, ਉਹ ਕਹਿੰਦੇ ਮਿਨੀਮਮ ਸਪੋਰਟ ਪ੍ਰਾਈਸ ਸਾਡੀ MSP ਬਹਾਲ ਕਰ ਦਿਓ। ਔਰ ਮੈਂ ਕਹਿਣਾ ਚਾਹੁੰਦਾ ਇਸੇ MSP ਨੇ ਪੰਜਾਬ ਨੂੰ, ਕਿਸਾਨਾਂ ਨੂੰ 1 ਲੱਖ ਕਰੋੜ ਦਾ ਕਰਜ਼ਈ ਕੀਤਾ, ਕਿਉਂਕਿ ਭਾਅ ਠੀਕ ਨਹੀਂ ਕਦੀ ਮਿਲੇ ਅੱਜ ਤੱਕ। ਸਾਨੂੰ ਭਾਅ ਜਿਹੜਾ ਮੋਟਾ ਤੁਸੀਂ ਪਿਛਲੇ 50 ਸਾਲ ਦਾ ਗਿਣ ਲਓ, ਇੱਕ ਤੋਲਾ ਸੋਨਾ 50 ਸਾਲ ਪਹਿਲਾਂ 250 ਰੁਪਏ ਨੂੰ ਸੀਗਾ। 2 ਕੁਇੰਟਲ ਕਣਕ ਵੇਚ ਕੇ ਸਾਨੂੰ 1 ਤੋਲਾ ਸੋਨਾ ਲੈ ਸਕਦੇ ਸੀ। ਅੱਜ 50 ਸਾਲ ਬਾਅਦ ਸਾਡੀ ਤਰੱਕੀ ਹੋਣੀ ਚਾਹੀਦੀ ਸੀ। ਜਿਹੜੇ ਹੁੰਦੇ ਨੇ ਨੌਕਰੀਆਂ ਕਰਦੇ ਨੇ, EMPLOYEES ਨੇ, ਉਹਨਾਂ ਦੀਆਂ ਤਨਖਾਹਾਂ ਪਿਛਲੇ ਜਿੰਨੇ ਪੇ ਕਮਿਸ਼ਨ ਬੈਠੇ 250 ਗੁਣਾ ਵਧੀਆਂ ਨੇ। ਕਾਰੋਬਾਰੀਆਂ ਦੀ ਆਮਦਨ ਤਾਂ ਅਸੀਂ ਗਿਣਾ ਹੀ ਨਹੀਂ ਸਕਦੇ, ਜਿਹੜਾ ਅੰਬਾਨੀਆਂ, ਅਡਾਨੀਆਂ ਤੇ ਕਈ ਲੱਖ ਕਰੋੜ ਦੇ ਮਾਲਕ ਬਣ ਗਏ, ਉਹਦੀ ਤਾਂ ਕੋਈ ਪਰਸੈਂਟੇਜ ਹੀ ਹੈ ਨਹੀਂ ਗੀ। ਕੱਲਾ ਪੰਜਾਬ ਦਾ ਕਿਸਾਨ ਆ ਜਾਂ ਦੇਸ਼ ਦਾ ਕਿਸਾਨ ਜਿਹਦੀ ਇਨਕਮ MSP ਅਗਰ ਗਿਣੀਏ 50 ਸਾਲ ਪਹਿਲਾਂ ਤੇ ਹੁਣ ਦੀ ਸਿਰਫ 19 ਗੁਣਾ ਵਧੀ ਆ। ਅੱਜ ਸੋਨਾ 50,000 ਰੁਪਏ ਤੋਲਾ ਵਾ ਤੇ ਕਣਕ ਦਾ ਭਾਅ 1900 2000 ਰੁਪਏ। 25 ਕੁਇੰਟਲ ਕਣਕ ਵੇਚਾਂਗੇ ਤਾਂ 1 ਤੋਲਾ ਸੋਨਾ ਆਉਂਦਾ। ਇਸ ਲਈ ਜਿਸ ਢੰਗ ਦੇ ਨਾਲ ਮਹਿੰਗਾਈ ਵਧੀ, ਸਾਡੀ ਫਸਲਾਂ ਦੀ ਕੀਮਤਾਂ ਨਹੀਂ ਦਿੱਤੀਆਂ, ਪਰ ਇਹ ਕਹਿੰਦੇ ਨੇ ਸਾਨੂੰ ਉਹੀ ਦੇ ਦਿਓ, ਉਹੀ ਮੰਗਦੇ ਨੇ। ਹਾਲਾਂਕਿ ਸਾਡਾ ਅਧਿਕਾਰ ਹੈ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਰਿਕਮੈਂਡੇਸ਼ਨ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਹਿਸਾਬ ਨਾਲ ਜੇ ਕਿਸਾਨਾਂ ਦੀ ਕੁੱਲ ਲਾਗਤ ਜੋ ਸਾਰੀਆਂ ਸਹੀ ਕੈਲਕੂਲੇਟ ਕੀਤੀਆਂ ਜਾਣ ਤਾਂ ਅੱਜ ਕਣਕ ਦਾ ਭਾਅ 7,000 ਰੁਪਏ ਕੁਇੰਟਲ ਬਣਦਾ ਸੀਗਾ, ਕਿਉਂਕਿ ਇਹਨਾਂ ਕਿਸਾਨਾਂ ਨੂੰ ਕਦੀ ਕਿਸੇ ਨੇ ਐਜੂਕੇਸ਼ਨ ਅਲਾਊਂਸ ਦਿੱਤਾ, ਵਿੱਦਿਆ ਦਾ ਅਲਾਊਂਸ ਦਿੱਤਾ, ਕਦੀ ਕਿਸੇ ਨੂੰ ਹੈਲਥ ਕੇਅਰ ਵਾਸਤੇ ਕੋਈ ਇੰਸ਼ੋਰੈਂਸ ਦਿੱਤੀ ਹੈ, ਕਦੀ ਹਾਊਸ ਰੈਂਟ ਮਿਲਿਆ ਵਾ। EMPLOYEES ਨੂੰ ਜਿਹੜੇ ਕਰਦੇ ਨੇ ਨੌਕਰ ਪੇਸ਼ੀ ਲੋਕ ਨੇ, ਉਹਨਾਂ ਨੂੰ ਤਾਂ ਸੁਪਰੀਮ ਕੋਰਟ ਦੇ EMPLOYEES ਨੂੰ 21,000 ਰੁਪਏ ਕੱਪੜੇ ਧੋਣ ਦਾ ਦਿੰਦੇ ਨੇ ਇੱਕ ਸਾਲ ਦਾ। 21,000 ਰੁਪਏ ਕੱਪੜੇ ਧੋਣ ਦਾ ਅਲਾਊਂਸ ਆ। 108 ਅਲਾਊਂਸ ਨੇ EMPLOYEES ਨੂੰ। ਅਸੀਂ EMPLOYEES ਦੇ ਖਿਲਾਫ ਨਹੀਂ ਗਏ, ਪਰ ਅਸੀਂ ਕਹਿੰਦੇ ਕਿ ਇਹਨਾਂ ਨੇ ਕੀ ਗੁਨਾਹ ਕੀਤਾ ਜਿਹੜਾ ਇਹਨਾਂ ਨੂੰ ਠੀਕ ਮੁੱਲ ਨਾ ਮਿਲਦਾ ਹੋਵੇ। ਔਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਰਿਕਮੈਂਡੇਸ਼ਨ 10 ਸਾਲ ਪਹਿਲਾਂ ਇਹਨਾਂ ਦੇ ਦਫ਼ਤਰਾਂ ਵਿੱਚ ਧੂੜ ਝੱਟ ਰਹੀ ਆ। ਇਸ ਲਈ ਕਿਸਾਨਾਂ ਦਾ ਸੰਘਰਸ਼ ਬਹੁਤ ਅਹਿਮ ਹੈ। ਜਿੰਨਾ ਠੁਕਰਾਉਣਗੇ, ਜਿੰਨਾ ਇਹਨੂੰ ਹੋਰ ਲੋਕਾਂ ਨੂੰ ਚੜਾਉਣਗੇ, ਇਹਨਾਂ ਦਾ ਸਬਰ ਦਾ ਇਮਤਿਹਾਨ ਲੈਣਗੇ, ਉਨਾ ਪੰਜਾਬ ਦੇ ਬਹਾਦਰ ਤੇ ਕਿਸਾਨਾਂ ਦੇ ਲੋਕਾਂ ਦਾ, ਨੌਜਵਾਨਾਂ ਦਾ ਪਾਰਾ ਹੋਰ ਵਧੇਗਾ। ਔਰ ਇਸ ਦੇਸ਼ ਨੂੰ ਅਗਰ ਤੁਸੀਂ ਸ਼ਾਂਤ ਦੇਖਣਾ ਚਾਹੁੰਦੇ ਹੋ ਤੇ ਫਿਰ ਪੰਜਾਬ ਸ਼ਾਂਤ ਰੱਖਣਾ ਚਾਹੀਦਾ ਤੁਹਾਨੂੰ, ਕਿਉਂਕਿ ਜੇ ਪੰਜਾਬ ਅਸ਼ਾਂਤ ਆ ਤੇ ਦੇਸ਼ ਕਦੀ ਸ਼ਾਂਤ ਨਹੀਂ ਹੋ ਸਕਦਾ। ਹੁਣ ਆ ਗਈ ਗੱਲ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ। ਮੈਂ ਸਾਰਿਆਂ ਦਾ ਸਤਿਕਾਰ ਕਰਦਾ ਵਾਂ। ਅਸੀਂ ਜਿੰਨੇ ਜੋਗੇ ਆ ਸ਼ੁਰੂ ਤੋਂ ਪਹਿਲੇ ਦਿਨ ਤੋਂ ਸਾਰੇ ਨਾਲ ਆ, ਦਿਲੋਂ ਸ਼ਾਇਦ ਸਾਰੇ ਨਾਲ ਹੋਣਗੇ। ਮੈਂ ਨਹੀਂ ਕਹਿੰਦਾ ਕਿ ਕੋਈ ਚੁਣਿਆ ਹੋਇਆ ਨੁਮਾਇੰਦਾ ਕਹਿੰਦਾ ਹੋਊਗਾ ਕਿ ਜੀ ਮੈਂ ਕਿਸਾਨਾਂ ਦੇ ਅਸੀਂ ਹੱਕ 'ਚ ਨਹੀਂ ਗਏ, ਪਰ ਅੱਜ ਲੋੜ ਹੈ ਉਹਨਾਂ ਦੀ ਪਿੱਛੇ ਡਟ ਕੇ ਮਦਦ ਕਰਨ। ਆਪਣੇ ਝੰਡੇ ਪਿੱਛੇ ਰੱਖਣੇ ਚਾਹੀਦੇ ਸੀ। ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਟਰੈਕਟਰਾਂ ਦੀ ਰੈਲੀਆਂ ਨਾ ਕੱਢੋ, ਜਲੂਸ ਨਾ ਕੱਢੋ, ਜਿਹੜਾ ਕਿਸਾਨਾਂ ਨੇ ਝੰਡਾ ਚੱਕਿਆ ਉਹਦੇ ਪਿੱਛੇ ਖੜ ਜੀ ਆਪਾਂ ਜਾ ਕੇ। ਔਰ ਮੈਨੂੰ ਪਤਾ ਵਾ ਕਿ ਕਿਸਾਨ ਜਥੇਬੰਦੀਆਂ ਚੰਗਾ ਨਹੀਂ ਸਮਝਦੀਆਂ, ਕਿਸਾਨਾਂ ਨੂੰ ਲੀਡਰ ਚੰਗੇ ਨਹੀਂ ਲੱਗਦੇ। ਠੀਕ ਹੈ, ਕਿਉਂਕਿ ਲੀਡਰਾਂ ਨੇ ਕਾਫੀ ਅਰਸੇ ਤੋਂ ਧੋਖਾਧੜੀ, ਬੇਈਮਾਨੀ, ਚੋਰ ਦਰਵਾਜ਼ੇ ਰਾਹੀਂ ਸੁਲਾਵਾਂ ਸੌਦੇ ਕੀਤੇ ਨੇ ਤੇ ਆਪਾਂ ਜੇ ਅੱਜ ਇਹਨਾਂ ਦੇ ਇੱਥੇ ਸੰਘਰਸ਼ ਵਿੱਚ ਨਹੀਂ ਵੀ ਆ ਸਕਦੇ। ਪਹਿਲੀ ਗੱਲ ਤਾਂ ਸਾਰੇ MP ਚੁਣੇ ਹੋਏ ਗੈਰ BJP MP MLA ਨੂੰ ਛੱਡ ਕੇ ਸਭ ਨੂੰ ਇਸ ਕਿਸਾਨਾਂ ਦੇ ਸੰਘਰਸ਼ ਵਿੱਚ ਆ ਕੇ ਮਦਦ ਕਰਨੀ ਚਾਹੀਦੀ। ਨਹੀਂ ਕਰ ਸਕਦੇ ਜੇ ਤੁਹਾਨੂੰ ਲੱਗਦਾ ਕਿ ਸਾਡੀ ਕੋਈ ਤੋਹੀਨ ਕਰਨਗੇ, ਕੋਈ ਹੂਟਿੰਗ ਕਰਨਗੇ, ਅਗਰ ਸਾਡੇ ਖਿਲਾਫ ਕੋਈ ਇਦਾਂ ਦੀ ਨਾਅਰੇਬਾਜ਼ੀ, ਤੁਸੀਂ ਆਪਣਾ ਇੱਕ ਧਰਨਾ ਲਾਓ ਤਾਂ ਦਿੱਲੀ ਕੈਪਟਨ ਅਮਰਿੰਦਰ ਸਿੰਘ ਨੂੰ ਅਗਵਾਈ ਕਰਨੀ ਚਾਹੀਦੀ, ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਆ। ਇੱਕ ਧਰਨਾ
ਚੁਣੇ ਹੋਏ ਨੁਮਾਇੰਦਿਆਂ ਦਾ। ਔਰ ਉਦੋਂ ਤੱਕ ਨਹੀਂ ਉੱਠਣਾ ਜਦੋਂ ਤਾਈਂ ਕਿਸੇ ਪਾਸੇ ਕੋਈ ਗੱਲ ਲੱਗ ਨਹੀਂ ਜਾਂਦੀ। ਇਹਨਾਂ ਦੀ ਮਦਦ ਸਿਰਫ ਇਹ ਅਸੀਂ ਕਿਸਾਨਾਂ ਦੇ ਇਸ ਝੰਡੇ ਦੇ ਥੱਲੇ ਲਾ ਰਹੇ ਹਾਂ। ਇਹ ਮੇਰੇ ਸਨ ਕੁਝ ਸੰਖੇਪ